ਉਹ ਆਸ਼ਿਕ ਸੀ ਆਜ਼ਾਦੀ ਦਾ ਰਸਤਾ ਨਵਾਂ ਬਣਾ ਗਿਆ। ਕਿੰਜ ਅਣਖ ਨਾਲ ਹੈ ਜਿਉਣਾ ਮਿੱਤਰੋ, ਸਾਨੂੰ ਉਹ ਸਿਖਾ ਗਿਆ। ਲਾ ਕੇ ਜਿੰਦੜੀ ਦੇਸ਼ ਦੇ ਲੇਖੇ, ਜੋ ਕਿਹਾ ਸੀ ਉਹ ਕਰਕੇ ਵਿਖਾ ਗਿਆ। ਅੱਜ ਭਲਾ ਕਿਸ ਦੇ ਬਾਰੇ 'ਚ ਗੱਲ ਕਰਨ ਲੱਗੇ ਹਾਂ? ਇਹੀ ਸੋਚ ਰਹੇ ਹੋ ਤੁਸੀਂ? ਜ਼ਿਆਦਾ ਸੋਚਣ ਦੀ ਖੇਚਲ ਤੁਸੀਂ ਨਾ ਕਰੋ, ਪਰ ਬੇਨਤੀ ਇੰਨੀ ਜ਼ਰੂਰ ਹੈ, ਕੁਝ ਦੇਰ ਆਪਣੇ ਜ਼ਰੂਰੀ ਕੰਮਾਂ ਨੂੰ ਲਾ ਲਓ ਜ਼ਰਾ ਬ੍ਰੇਕ। ਕਿਉਂਕਿ ਜਿਸ ਗੱਭਰੂ ਜ਼ੁਬਾਨ ਦੀ ਅੱਜ ਗੱਲ ਕਰਨੀ ਹੈ, ਉਹ ਸਦੀਆਂ ਬਾਅਦ ਕਦੇ ਧਰਤੀ ਤੇ ਜਨਮ ਲੈਂਦਾ ਹੈ ਤੇ ਰਹਿੰਦੀ ਦੁਨੀਆ ਤੱਕ ਲੋਕ ਉਸ ਦੀਆਂ ਮਿਸਾਲਾਂ ਦਿੰਦੇ ਨੇ। ਹੱਦਾਂ ਸਰਹੱਦਾਂ ਤੋਂ ਪਾਰ ਜਿਸ ਤੇ ਚਰਚਾ ਹੁੰਦੀ ਹੈ ਖਾਸ, ਅੱਜ ਦੇ ਨੌਜਵਾਨਾਂ ਦਾ ਆਦਰਸ਼ ਕਹਾਉਂਦਾ, ਤੁਰਲੇ ਵਾਲੀ ਕੇਸਰੀ ਰੰਗ ਦੀ ਪਗੜੀ ਸਜਾਉਂਦਾ, ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਂਦਾ, ਲਾੜੀ ਮੌਤ ਨੂੰ ਵਿਆਹ ਲਿਆਉਣ ਦੀਆਂ ਬਾਤਾਂ ਪਾਉਣ ਵਾਲਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਜਿਸ ਦਾ ਜਨਮ ਅੱਜ ਦੇ ਦਿਨ 28 ਸਤੰਬਰ 1907 ਨੂੰ ਲਹਿੰਦੇ ਪੰਜਾਬ ਦੀ ਧਰਤੀ ਦੇ ਲਾਇਲਪੁਰ ਇਲਾਕੇ ਦੇ ਬੰਗਾ ਨਾਂ ਦੇ ਪਿੰਡ ਵਿੱਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਵਿਦਿਆ ਦੇਵੀ ਦੇ ਘਰ ਹੋਇਆ। ਘਰ ਦੇ ਮਾਹੌਲ ਵਿੱਚੋਂ ਹੀ ਆਜ਼ਾਦੀ ਦੀ ਗੁੜਤੀ ਮਿਲੀ। ਪਿਤਾ ਤੇ 42 ਮੁਕੱਦਮੇ ਚੱਲਦੇ ਸਨ। ਚਾਚਾ ਸਵਰਨ ਸਿੰਘ ਜੋ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਿਆ। ਇੱਕ ਹੋਰ ਚਾਚਾ ਸਰਦਾਰ ਅਜੀਤ ਸਿੰਘ, ਜਿਸ ਨੂੰ ਦੇਸ਼ ਨਿਕਾਲਾ ਮਿਲਿਆ ਤੇ 38 ਸਾਲਾਂ ਬਾਅਦ ਉਹ ਆਜ਼ਾਦੀ ਮਿਲਣ ਪਿੱਛੋਂ ਹੀ ਵਤਨ ਮੁੜਿਆ। ਇਹ ਉਹੀ ਚਾਚਾ ਸੀ ਜਦੋਂ ਖੇਤਾਂ 'ਚ ਅੰਬ ਦੀ ਗਿਟਕ ਜ਼ਮੀਨ 'ਚ ਬੀਜ ਰਿਹਾ ਸੀ ਤਾਂ ਨਿੱਕੇ ਜਿਹੇ ਭਗਤ ਸਿੰਘ ਨੇ ਬੰਦੂਕਾਂ ਬੀਜਣ ਦੀ ਗੱਲ ਆਖੀ। ਇਹਨਾਂ ਦੇ ਚਾਚਾ ਜੀ 40 ਭਾਸ਼ਾਵਾਂ ਬੋਲਣੀਆਂ ਤੇ 6 ਭਾਸ਼ਾਵਾਂ ਲਿਖਣੀਆਂ ਵੀ ਜਾਣਦੇ ਸਨ। ਪਰਿਵਾਰਿਕ ਮਾਹੌਲ ਦਾ ਅਸਰ ਭਗਤ ਸਿੰਘ ਤੇ ਹੋਣਾ ਵੀ ਲਾਜ਼ਮੀ ਸੀ। ਸੋ ਪੜ੍ਹਾਈ ਦੀ ਗੱਲ ਤੁਰੀ ਹੈ ਤਾਂ ਭਗਤ ਸਿੰਘ ਨੇ ਉਸ ਵੇਲੇ ਅੰਗਰੇਜ਼ੀ ਸਕੂਲ ਦੀ ਬਜਾਏ ਵੈਦਿਕ ਸਕੂਲ ਵਿੱਚ ਪੜ੍ਹਨ ਨੂੰ ਤਰਜੀਹ ਦਿੱਤੀ ਤੇ ਸਕੂਲੀ ਪੜ੍ਹਾਈ ਦੌਰਾਨ 50 ਕਿਤਾਬਾਂ ਆਪਣੇ ਸਿਲੇਬਸ ਤੋਂ ਇਲਾਵਾ ਪੜ੍ਹ ਲਈਆਂ ਸਨ। 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਉਸ ਇਕੱਠ ਵਿੱਚ ਸ਼ਾਮਿਲ ਸੀ ਜਦੋਂ ਨਿਹੱਥੇ ਲੋਕਾਂ ਤੇ ਗੋਲੀਆਂ ਭਰਾਈਆਂ ਗਈਆਂ ਤੇ ਕਿਹਾ ਜਾਂਦਾ ਹੈ ਕਿ 12-13 ਵਰ੍ਹਿਆਂ ਦੇ ਭਗਤ ਸਿੰਘ ਉਸੇ ਬਾਗ ਵਿੱਚੋਂ ਕੁਝ ਲਹੂ ਭਿੱਜੀ ਮਿੱਟੀ ਨੂੰ ਆਪਣੇ ਨਾਲ ਚੁੱਕ ਲਿਆਏ ਸਨ ਤੇ ਖੂਨੀ ਸਾਕੇ ਦੀ ਉਹ ਘਟਨਾ ਤੁਰ ਅੰਦਰ ਤੱਕ ਘਰ ਕਰ ਗਈ ਕਿ ਹੁਣ ਕੁਝ ਇਹੋ ਜਿਹਾ ਕਰਨਾ ਹੈ ਕਿ ਦੇਸ਼ ਆਜ਼ਾਦ ਹੋ ਜਾਏ। ਅੱਲੜ ਉਮਰ 'ਚ ਸਮਾਜਵਾਦੀ ਸੋਚ ਪੈਦਾ ਹੋਈ ਤੇ ਹੌਲੀ-ਹੌਲੀ ਕੁਝ ਸੰਸਥਾਵਾਂ ਨਾਲ ਜੁੜ ਗਏ। ਪੜ੍ਹਨ ਤੇ ਲਿਖਣ ਦੇ ਸ਼ੌਕ ਕਰਕੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਕ੍ਰਾਂਤੀ ਦੀਆਂ ਕਿਤਾਬਾਂ ਪੜ੍ਹੀਆਂ। ਕਿਹਾ ਜਾਂਦਾ ਹੈ ਕਿ ਕਾਲਜ ਦੀ ਪੜ੍ਹਾਈ ਦੌਰਾਨ 300 ਤੋਂ ਵੱਧ ਕਿਤਾਬਾਂ ਉਹਨਾਂ ਪੜ੍ਹ ਲਈਆਂ ਸਨ। ਹਥਿਆਰਾਂ ਦੀ ਕ੍ਰਾਂਤੀ ਤੋਂ ਪਹਿਲਾਂ ਵਿਚਾਰਾਂ ਦੀ ਕ੍ਰਾਂਤੀ ਭਗਤ ਸਿੰਘ ਜੀ ਦੇ ਅੰਦਰ ਜਨਮ ਲੈ ਚੁੱਕੀ ਸੀ। ਫੇਰ ਵਕਤ ਦੇ ਨਾਲ-ਨਾਲ ਹੋਰ ਘਟਨਾਵਾਂ ਵਾਪਰਦੀਆਂ ਗਈਆਂ। ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਭਗਤ ਸਿੰਘ ਨੇ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਆਖਿਆ, ਇਨਕਲਾਬੀਆਂ ਦੇ ਸਿਰ ਤੇ ਹੀ ਦੇਸ਼ ਬਣਦੇ ਨੇ, ਸੱਚੇ ਬੋਲ ਹੀ ਤਾਂ ਉਪਦੇਸ਼ ਬਣਦੇ ਨੇ, ਫਾਂਸੀ ਚੜ੍ਹ ਕੇ ਹੀ ਦੇਸ਼ ਬਚਾਇਆ ਜਾ ਸਕਦਾ ਹੈ, ਚਰਖੇ ਕੱਤ ਕੇ ਤਾਂ ਕੱਲੇ ਖੇਸ ਬਣਦੇ ਨੇ। ਗਰਮ ਲਹਿਰ ਦਾ ਖੂਨ ਉਸ ਵੇਲੇ ਹੋਰ ਵੀ ਖੌਲ ਉੱਠਿਆ ਜਦੋਂ 1928 ਵਿੱਚ ਲਾਹੌਰ 'ਚ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਜਲੂਸ ਦੌਰਾਨ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਕੀਤੇ ਲਾਠੀ ਚਾਰਜ ਵਿੱਚ ਜ਼ਖਮੀ ਹੋਏ ਲਾਲਾ ਲਾਜਪਤ ਰਾਏ ਦੀ ਹਸਪਤਾਲ ਵਿੱਚ ਮੌਤ ਹੋ ਗਈ। ਲਾਲਾ ਜੀ ਦੀ ਮੌਤ ਨੇ ਭਗਤ ਸਿੰਘ ਨੂੰ ਹਿਲਾ ਕੇ ਰੱਖ ਦਿੱਤਾ ਤੇ ਉਸਨੇ ਆਪਣੇ ਸਹਿਯੋਗੀ ਸ਼ਿਵਰਾਮ, ਰਾਜਗੁਰੂ, ਸੁਖਦੇਵ ਠਾਕੁਰ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਨਾਲ JP ਸੈਂਡਰਸ ਨੂੰ ਗੋਲੀ ਮਾਰ ਦਿੱਤੀ, ਜਿਸ ਨੇ ਲਾਠੀ ਚਾਰਜ ਦਾ ਹੁਕਮ ਦਿੱਤਾ ਸੀ। ਤੇ ਫਿਰ ਵਪਾਰ ਵਿਵਾਦ ਐਕਟ ਦੇ ਵਿਰੋਧ ਵਿੱਚ ਸਰਕਾਰ ਨੂੰ ਜਗਾਉਣ ਖਾਤਰ ਲੋ ਇੰਟੈਂਸਿਟੀ ਦਾ ਇੱਕ ਬੰਬ ਕੇਂਦਰੀ ਵਿਧਾਨ ਸਭਾ 'ਚ ਉਸ ਥਾਂ ਤੇ ਸੁੱਟਿਆ ਜਿੱਥੇ ਕੋਈ ਨਹੀਂ ਸੀ ਤੇ ਫਿਰ ਪਰਚੇ ਖਿਲਾਰ ਦਿੱਤੇ। ਚਾਹੁੰਦੇ ਤਾਂ ਬੜੀ ਆਸਾਨੀ ਨਾਲ ਉੱਥੋਂ ਜਾ ਸਕਦੇ ਸੀ, ਪਰ ਉਹਨਾਂ ਉੱਥੇ ਹੀ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਕੇ ਗ੍ਰਿਫਤਾਰੀ ਦਿੱਤੀ। ਫਿਰ ਕੇਸ ਚੱਲਿਆ। ਜੇਲ੍ਹ ਵਿੱਚ ਵੀ ਭਗਤ ਸਿੰਘ ਨੇ ਆਜ਼ਾਦੀ ਦੀ ਲਹਿਰ ਨੂੰ ਠੰਡਾ ਨਾ ਪੈਣ ਦਿੱਤਾ। ਪਰਚੇ ਲਿਖ ਕੇ ਬਾਹਰ ਭੇਜਦੇ, ਕੁਝ ਆਮ ਹੀ ਵੰਡੇ ਜਾਂਦੇ ਤੇ ਕੁਝ ਅਖਬਾਰਾਂ ਵਿੱਚ ਛਪਦੇ ਜੋ ਲੋਕਾਂ 'ਚ ਨਵਾਂ ਜੋਸ਼ ਭਰ ਦਿੰਦੇ। ਭਗਤ ਸਿੰਘ ਜੀ ਦਾ ਕਿਤਾਬਾਂ ਪੜ੍ਹਨ ਦਾ ਸ਼ੌਕ ਜੇਲ੍ਹ ਵਿੱਚ ਰਹਿ ਕੇ ਵੀ ਘੱਟ ਨਾ ਹੋਇਆ ਤਾਂ ਉਹਨਾਂ ਆਪਣੇ ਮਿਲਣ ਵਾਲਿਆਂ ਨੂੰ ਸੁਨੇਹਾ ਦਿੱਤਾ ਕਿ ਜਿਹੜਾ ਵੀ ਮੈਨੂੰ ਮਿਲਣ ਆਵੇ ਉਹ ਮੇਰੇ ਲਈ ਕਿਤਾਬ ਜ਼ਰੂਰ ਲੈ ਕੇ ਆਵੇ।
ਜੇਲ੍ਹ 'ਚ ਰਹਿੰਦਿਆਂ ਵੀ 300 ਕਿਤਾਬਾਂ ਹੋਰ पढ़ ਲਈਆਂ ਤੇ 3000 सफ़े लिख दिते। मेरे सीने में जो जख्म है वो तो फूलों के गुच्छे हैं, हमें पागल रहने दो, हम पागल ही अच्छे हैं। लिखन वाले शहीद भगत सिंह बरतानवी हकूमत तो किसी भी तरह के रहम या मुआफ़ी मंगन के सख्त खिलाफ सन ते इस दा खुलासा उन्हां जेल विचों अपने पिता नूं लिखे एक पत्र विच स्पष्ट कर दिता सी। शहीद भगत सिंह ਦੀ ਦਿਨੋਂ ਦਿਨ ਵੱਧ ਰਹੀ ਹਰਮਨ ਪਿਆਰਤਾ ਤੋਂ ਘਬਰਾ ਕੇ ਕੁਝ ਤਾਕਤਾਂ ਸਮੇਂ-ਸਮੇਂ ਤੇ ਉਸ ਦੇ ਨਾਂ ਨਾਲ ਕੋਈ ਨਾ ਕੋਈ ਵਿਵਾਦ ਜੋੜੀ ਰੱਖਦੀਆਂ ਉਸ ਨੂੰ ਹੁਣ ਤੱਕ ਦਹਿਸ਼ਤ ਪਸੰਦ ਅਤੇ ਜਜ਼ਬਾਤੀ ਨੌਜਵਾਨ ਵਜੋਂ ਹੀ ਪੇਸ਼ ਕਰਦੀਆਂ ਰਹੀਆਂ। ਪਰ ਹਕੀਕਤ ਤਾਂ ਇਹ ਹੈ ਕਿ ਅੰਗਰੇਜ਼ ਹਕੂਮਤ ਵਿਰੁੱਧ ਛੇੜੀ ਅਸਲੀ ਜੰਗ ਵਿੱਚ ਸ਼ਹੀਦ ਭਗਤ ਸਿੰਘ ਨੇ ਜਿਹੜਾ ਪਹਿਲਾ ਹਥਿਆਰ ਚੁੱਕਿਆ ਸੀ ਉਹ ਪਿਸਤੌਲ ਨਹੀਂ ਸਗੋਂ ਕਲਮ ਸੀ ਤੇ ਉਸ ਦੀ ਬੌਧਿਕਤਾ ਨੇ ਹੀ ਉਸ ਵਿੱਚ ਰਾਜਸੀ ਚੇਤਨਤਾ ਦਾ ਵਿਕਾਸ ਕੀਤਾ। ਇਸ ਤੋਂ ਇਲਾਵਾ ਕੁਝ ਫਿਰਕਾ ਪ੍ਰਸਤ ਤਾਕਤਾਂ ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੀਆਂ ਸਨ। ਕਦੇ ਉਸ ਨੂੰ ਟੋਪੀ, ਪਗੜੀ, ਧਰਮ, ਜਾਤ ਪਾਤ ਦੇ ਵਿਵਾਦਾਂ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਕਦੇ ਉਸ ਨੂੰ ਪਾਠ ਪੂਜਾ ਕਰਨ ਵਾਲਿਆਂ ਆਰਿਆ ਸਮਾਜੀ ਕਹਿ ਕੇ ਆਸਤਿਕ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਹਕੀਕਤ ਤੇ ਕੁਝ ਹੋਰ ਹੀ ਹੈ। ਸ਼ਹੀਦ ਭਗਤ ਸਿੰਘ ਦਾ ਕਿਸੇ ਵੀ ਧਰਮ, ਪਰਮਾਤਮਾ, ਜਾਤ ਪਾਤ, ਪੂਜਾ ਪਾਠ, ਆਤਮਾ ਤੇ ਕਿਸਮਤ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ। ਇਸ ਦਾ ਖੁਲਾਸਾ ਉਹਨਾਂ ਆਪਣੀ ਪ੍ਰਸਿੱਧ ਕਿਤਾਬ ਮੈਂ ਨਾਸਤਿਕ ਹੂੰ ਵਿੱਚ ਵਿਸ਼ੇਸ਼ ਤੌਰ ਤੇ ਕੀਤਾ ਹੈ। ਮੁਕੱਦਮੇ ਦੀ ਉਡੀਕ ਵਿੱਚ ਭਾਰਤੀ ਕੈਦੀਆਂ ਲਈ ਬਿਹਤਰ ਜੇਲ੍ਹ ਦੀ ਸਥਿਤੀ ਦੀ ਮੰਗ ਕਰਨ ਤੇ ਫਿਰ 64 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਅਤੇ ਸਤੰਬਰ 1929 ਵਿੱਚ ਭੁੱਖਮਰੀ ਤੋਂ ਬਾਅਦ ਦਾਸ ਦੀ ਮੌਤ ਹੋਣ ਤੇ ਉਸ ਸਮੇਂ ਲੋਕਾਂ ਦੀ ਹਮਦਰਦੀ ਹੋਰ ਵੱਧ ਗਈ, ਜਿਸ ਲਈ ਭਗਤ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਬਦਨਾਮ ਕਰਨ ਦੀ ਅੰਗਰੇਜ਼ਾਂ ਦੀ ਚਾਲ ਪੁੱਠੀ ਸਾਬਤ ਹੋ ਗਈ ਤੇ ਲੋਕਾਂ ਦੇ ਮਨਾਂ ਵਿੱਚ ਭਗਤ ਸਿੰਘ ਤੇ ਹੋਰਾਂ ਪ੍ਰਤੀ ਹਮਦਰਦੀ ਵੱਧ ਗਈ। सरफरोशी की तमन्ना अब हमारे दिल में है, देखना है जोर कितना बाजुए कातिल में है। ਇਹੋ ਜਿਹੇ ਜਜ਼ਬਾਤਾਂ ਨੇ ਅੰਗਰੇਜ਼ੀ ਹਕੂਮਤ ਦਾ ਡਰ ਹੋਰ ਵਧਾ ਦਿੱਤਾ ਕਿ ਜੇ ਕੁਝ ਦਿਨ ਹੋਰ ਇਹ ਜ਼ਿੰਦਾ ਰਿਹਾ ਤਾਂ ਅੰਗਰੇਜ਼ਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਤੇ ਫਿਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 24 ਮਾਰਚ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ। ਪਰ ਲੋਕ ਰੋਹ ਦੇ ਡਰੋਂ ਇੱਕ ਦਿਨ ਪਹਿਲਾਂ ਹੀ 23 ਮਾਰਚ 1931 ਨੂੰ ਲਾਹੌਰ ਦੀ ਜੇਲ੍ਹ ਵਿੱਚ ਸ਼ਾਮ ਨੂੰ ਫਾਂਸੀ ਦੇ ਦਿੱਤੀ ਗਈ। 23 ਸਾਲ ਦੀ ਉਮਰ ਵਿੱਚ ਜਜ਼ਬਾ ਇੰਨਾ ਕਮਾਲ ਸੀ ਕਿ ਚਿਹਰੇ ਤੇ ਕੋਈ ਚਿੰਤਾ ਨਹੀਂ ਸੀ। ਬੇਫਿਕਰੀ ਨਾਲ ਮੌਤ ਨੂੰ ਮਖੌਲਾਂ ਕਰਨ ਵਾਲੇ ਭਗਤ ਸਿੰਘ ਫਾਂਸੀ ਤੇ ਚੜ੍ਹਨ ਤੋਂ ਪਹਿਲਾਂ ਆਖਰੀ ਇੱਛਾ ਪੁੱਛਣ ਤੇ ਆਖਿਆ ਕਿ ਫਾਂਸੀ ਦੇਣ ਵਾਲੇ ਨਾ ਤਾਂ ਸਾਡੇ ਹੱਥ ਬੰਨੇ ਜਾਣ ਤੇ ਨਾ ਹੀ ਸਾਡੇ ਚਿਹਰੇ ਤੇ ਕਾਲੇ ਕੱਪੜੇ ਦਾ ਨਕਾਬ ਪਾਇਆ ਜਾਏ। ਹੱਥ ਨਾ ਬੰਨਣ ਵਾਲੀ ਗੱਲ ਤਾਂ ਅੰਗਰੇਜ਼ਾਂ ਨੇ ਮੰਨ ਲਈ ਪਰ ਨਕਾਬ ਵਾਲੀ ਨਾ ਮੰਨੀ ਤੇ ਫਿਰ ਝੱਟ ਦੇਣੀ ਮੁਸਕਰਾਉਂਦੇ ਹੋਏ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਦੇਸ਼ ਖਾਤਰ ਕੁਰਬਾਨ ਹੋ ਗਏ। ਦੇਸ਼ ਦੀ ਖਾਤਰ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਪੰਜਾਬੀ ਨੈਸ਼ਨਲ ਟੀਵੀ ਦੀ ਪੂਰੀ ਟੀਮ ਵੀ ਕਰਦੀ ਹੈ ਸਲਾਮ। ਇਨਕਲਾਬ ਜ਼ਿੰਦਾਬਾਦ।